ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸ੍ਰੀ ਖਡੂਰ ਸਾਹਿਬ ਵਿਖੇ, ਜਿੱਥੋਂ ਦੇ ਸਾਰੇ ਗੁਰਦੁਆਰੇ ਸਾਹਿਬਾਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਇਤਿਹਾਸ ਤੋਂ ਜਾਣੂ ਕਰਾਵਾਂਗੇ। ਖਡੂਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਸ ਨਗਰ ਦਾ ਨਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਇਸ ਧਰਤੀ ਨੂੰ 9 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ। ਹੁਣ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਅੰਗੀਠਾ ਸਾਹਿਬ। ਇਸ ਗੁਰਦੁਆਰਾ ਸਾਹਿਬ ਦਾ ਨਾਮ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਦੂਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਤਿਹਾਸਿਕ ਨਗਰੀ ਖਡੂਰ ਸਾਹਿਬ ਵਿਖੇ ਲੰਬੇ ਅਰਸੇ ਲਈ ਨਿਵਾਸ ਕੀਤਾ। ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਹਾਨਤਾ ਦੇ ਅਨੇਕਾਂ ਕਾਰਜ ਕਰਦਿਆਂ ਆਪ ਜੀ ਇੱਥੇ ਹੀ ਜੋਤੀ ਜੋਤ ਸਮਾਏ ਸਨ। ਆਪ ਜੀ ਦੀ ਪਾਵਨ ਦੇਹ ਦਾ ਸੰਸਕਾਰ ਇਸ ਪਵਿੱਤਰ ਅਸਥਾਨ ਤੇ ਕੀਤਾ ਗਿਆ ਸੀ। ਇਹ ਹੈ ਉਹ ਪਵਿੱਤਰ ਅਸਥਾਨ ਜਿਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ, ਜਿਸ ਕਰਕੇ ਇਸ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ ਤੇ ਉਹ ਕਿਲ੍ਹਾ ਸਾਹਿਬ ਅੱਜ ਵੀ ਮੌਜੂਦ ਹੈ, ਜਿਸ ਕਿਲ੍ਹੇ ਦੇ ਨਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਠੇਡਾ ਲੱਗਾ ਸੀ ਅਤੇ ਇਹ ਸਥਾਨ ਪਹਿਲਾਂ ਜੁਲਾਹੇ ਪਰਿਵਾਰ ਦਾ ਘਰ ਹੁੰਦਾ ਸੀ, ਜਿਸ ਨੂੰ ਗੁਰੂ ਸਾਹਿਬਾਨ ਨੇ ਬਾਅਦ ਵਿੱਚ ਪੈਸੇ ਦੇ ਕੇ ਖਰੀਦਿਆ ਸੀ। ਗੁਰੂ ਅਮਰਦਾਸ ਜੀ ਚਰਨਾਂ ਦੀ ਛੋਹ ਨਾਲ ਉਹ ਕਿਲ੍ਹਾ ਹਰਿਆ ਹੋ ਗਿਆ ਤੇ ਪੂਰਨ ਕਰੀਰ ਦਾ ਰੂਪ ਧਾਰ ਕਰ ਲਿਆ। ਸਮਾਂ ਗੁਜ਼ਰਨ ਤੇ ਉਹ ਕਰੀਰ ਸੁੱਕ ਗਿਆ। ਇਹ ਹੈ ਉਹ ਪਵਿੱਤਰ ਕਿਲ੍ਹਾ ਜਿਸ ਦੇ ਨਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਠੇਡਾ ਲੱਗਾ ਸੀ। ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦੀਵਾਨ ਸਜਾ ਕੇ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਲਗਵਾਇਆ ਸੀ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਖ ਅਜਾਇਬ ਘਰ ਦੇ ਵਿੱਚ।
ਜਿੱਥੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਤਸਵੀਰਾਂ ਲੱਗੀਆਂ ਹੋਈਆਂ ਨੇ। ਇਹ ਖੂਹ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਨੇ ਲਗਵਾਇਆ ਸੀ, ਪਰ ਖੂਹ ਦਾ ਜਲ ਖਾਰਾ ਹੋਣ ਕਰਕੇ ਪੀਣ ਯੋਗ ਨਹੀਂ ਸੀ। ਸੰਗਤਾਂ ਵੱਲੋਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਖੂਹ ਦਾ ਜਲ ਖਾਰਾ ਹੈ। ਗੁਰੂ ਸਾਹਿਬਾਂ ਨੇ ਲੱਕੜ ਦਾ ਮੋਹਲਾ ਬਖਸ਼ਿਆ ਜੋ ਇਸ ਖੂਹ ਵਿੱਚ ਸੁੱਟਿਆ ਤੇ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਪਾਣੀ ਪੀਣ ਯੋਗ ਹੋ ਗਿਆ। ਅੰਗੀਠਾ ਸਾਹਿਬ ਦੇ ਬਿਲਕੁਲ ਨੇੜੇ ਹੀ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਗੁਰਦੁਆਰਾ ਸ੍ਰੀ ਥੜਾ ਸਾਹਿਬ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਗੋਇੰਦਵਾਲ ਸਾਹਿਬ ਤੋਂ ਰੋਜ਼ਾਨਾ ਪੈਦਲ ਜਲ ਲਿਆਉਣ ਦੀ ਕਠਿਨ ਘਾਲਣਾ ਅਤੇ ਗੁਰੂ ਜੀ ਵੱਲੋਂ ਹੋਰ ਸੌਂਪੀਆਂ ਜ਼ਿੰਮੇਵਾਰੀਆਂ ਦੀ ਸੇਵਾ ਪੂਰੀ ਕਰ ਲੈਣ ਪਿੱਛੋਂ ਵਿਹਲੇ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਇਸ ਥੜਾ ਸਾਹਿਬ ਦੇ ਉੱਪਰ ਬੈਠ ਕੇ ਪ੍ਰਭੂ ਦਾ ਸਿਮਰਨ ਕਰਿਆ ਕਰਦੇ ਸਨ। ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਮਾਈ ਭਰਾਈ ਜੀ ਦੇ। ਇਹ ਸਥਾਨ ਮਾਈ ਭਰਾਈ ਜੀ ਦਾ ਘਰ ਸੀ। ਮਾਈ ਭਰਾਈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿੰਡ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਸਨ ਅਤੇ ਗੁਰੂ ਅੰਗਦ ਦੇਵ ਜੀ ਦੇ ਸਰੀਕੇ ਵਿੱਚੋਂ ਭੂਆ ਜੀ ਲੱਗਦੇ ਸਨ। ਮਾਈ ਭਰਾਈ ਜੀ ਇੱਥੇ ਖਡੂਰ ਸਾਹਿਬ ਵਿਆਹੇ ਹੋਏ ਸਨ। ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਵਿੱਤਰ ਜਗ੍ਹਾ ਤੇ ਚਰਨ ਪਾ ਕੇ ਇਸ ਘਰ ਨੂੰ ਭਾਗ ਲਾਏ। ਫਿਰ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਤੁਸੀਂ ਖਹਿਰਿਆਂ ਦੇ ਖਡੂਰ ਜਾਓ ਅਤੇ ਗੁਰਮਤਿ ਦਾ ਪ੍ਰਚਾਰ ਕਰੋ। ਗੁਰੂ ਅੰਗਦ ਦੇਵ ਜੀ ਇੱਥੇ ਮਾਈ ਭਰਾਈ ਜੀ ਦੇ ਘਰ ਆਏ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਛੋੜੇ ਵਿੱਚ ਗੁਰੂ ਜੀ ਇੱਕ ਕੋਠੜੀ ਵਿੱਚ ਬੈਠ ਕੇ ਬੂਹਾ ਬੰਦ ਕਰਕੇ ਤਪੱਸਿਆ ਕਰਨ ਲੱਗੇ ਅਤੇ ਮਾਈ ਭਰਾਈ ਜੀ ਨੂੰ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ। ਜਦੋਂ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਦੀ ਭਾਲ ਕਰਦਿਆਂ ਕੁਝ ਪਤਾ ਨਾ ਲੱਗਾ ਤਾਂ ਸੰਗਤਾਂ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਇੱਥੇ ਆਈਆਂ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਘਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ 6 ਮਹੀਨੇ ਅਤੇ 6 ਦਿਨ ਰਹੇ ਸਨ। ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੇ। ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਮਾਈ ਭਰਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਪਹਿਲਾ ਦੀਵਾਨ ਇਸ ਅਸਥਾਨ ਤੇ ਲੱਗਾ ਅਤੇ ਸ਼ਬਦ ਗੁਰੂ ਦਾ ਲੰਗਰ ਆਰੰਭ ਕੀਤਾ। ਇਸ ਸਥਾਨ ਤੇ ਹੀ ਗੁਰਮੁਖੀ ਦਾ ਪਹਿਲਾ ਸਕੂਲ, ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਅਤੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ। ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ। ਇਸ ਸਥਾਨ ਤੇ ਹੀ ਸਿੱਧਾਂ ਦੀ ਮੰਡਲੀ ਗੁਰੂ ਦੀ ਪ੍ਰੀਖਿਆ ਲੈਣ ਆਏ, ਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ। ਇਸ ਸਥਾਨ ਤੇ ਹਿਮਾਯੂ ਬਾਦਸ਼ਾਹ ਵੀ ਆਇਆ ਅਤੇ ਹੰਕਾਰ ਵਿੱਚ ਸਤਿਗੁਰਾਂ ਤੇ ਤਲਵਾਰ ਚੁੱਕ ਲਈ, ਪਰ ਚੱਲੀ ਨਾ ਤੇ ਚਰਨੀ ਢਹਿ ਪਿਆ। ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ।
इस करके ही इस अस्थान का नाम गुरुद्वारा मल अखाड़ा पै गया। इत्थे अस्थान ते ही गुरु अमरदास जी नूं गुरु अंगद देव जी ने 12 वार बख्शिश कीते सी। निमाणियां दे मान, निताणियां दे ताण, निओटियां दी ओट, ने आसरियां दे आसरे, निथावियां दे थाव, ने लज्जियां दी लज, ने गत्तियां दी गत, ने पत्तियां दी पत, ने धरियां दी तिर, ने चीजियां दी चीज, ने रजोरियां दा जोर ते पीरां दा पीर। ये 12 वर इस स्थान ते गुरु अंगद देव जी ने गुरु अमरदास जी नूं बख्शिश कीते। हुण तुहानूं दर्शन कराउने हां गुरुद्वारा श्री तपियाणा साहिब अते माता खीवी जी दा लंगर। इस पावन अस्थान ते श्री गुरु नानक देव जी, भाई बाला जी अते भाई मरदाना जी शब्द कीर्तन करते रहे। इस स्थान ते ही श्री गुरु अंगद देव जी ने भाई बाला जी पासों श्री गुरु नानक देव जी की जन्म साखी सुन के भाई पैड़ा मोखा जी पासों लिखवाई। बाला किरत उचार मुख, पैड़े लिखी सुधार, लिखवाई अंगद गुरु, जग के काज उधार। गुरु अंगद देव जी की हजूरी विच श्री गुरु अमरदास जी, बाबा बुढ़ा जी, भाई जीवा जी, भाई पारो जी नूं परमहंस के नाम नाल भी इतिहास विच जाणिया जाता है। भाई धिंगा जी आदिक स्रोते जन इस जगह ते सुनिया करते सन। जन्म साखी पूरी होने तो 2 महीने बाद भाई बाला जी सचखंड चले गए अते श्री गुरु अंगद देव जी ने इस स्थान ते अपने हत्थीं भाई बाला जी का देह संस्कार किया। हुण तुहानूं लैके चलदे हां लंगर माता खीवी जी वल। ते नाल ही तुहानूं दर्शन करावांगे उस पवित्र खूही दे जिस विचों उस समय लंगरां दे वास्ते जल वरतिया जांदा सी। यह ओ पवित्र खूही उस समय माता खीवी जी इस खूही विचों लंगर दे वास्ते जल वरतिया करते सन। यह पवित्र अस्थान साहिब श्री गुरु अंगद देव जी का तप अस्थान है। इस जगह ते बैठ के श्री गुरु अंगद देव जी ने तपस्या की सी। इस स्थान ते गुरु अंगद देव जी ने एक बरांदरी भी बनाई सी। इस स्थान ते गुरु अंगद देव जी संगतां नूं गुरमत दा उपदेश दिया करदे सन। सो ये सी इतिहास खडूर साहिब दे सारे गुरुद्वारा साहिबानां दा जो असीं तुहाडे नाल साझा कीता है।
ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।